ਕਵਰੇਜ ਬਿਜਲੀ ਦੇ ਸੰਕਟ ਨੂੰ ਲੈ ਕੇ ਜਿਹੜਾ ਕਿ ਲਗਾਤਾਰ ਸੂਬੇ ਭਰ ਦੇ ਵਿੱਚ ਗਹਿਰਾਉਂਦਾ ਨਜ਼ਰ ਆ ਰਿਹਾ। ਹਾਲਾਂਕਿ ਸਰਕਾਰ ਦੇ ਵੱਲੋਂ ਬਿਜਲੀ ਵਿਭਾਗ ਦੇ ਵੱਲੋਂ ਦਾਅਵੇ ਤਾਂ ਬਹੁਤ ਸਾਰੇ ਕੀਤੇ ਜਾ ਰਹੇ ਨੇ, ਪਰ ਜਿਹੜੀ ਗਰਾਊਂਡ ਜ਼ੀਰੋ ਦੀ ਰਿਐਲਿਟੀ ਆ ਉਹ ਕੁਝ ਹੋਰ ਬਿਆਨ ਕਰ ਰਹੀ ਹੈ। ਸੋ ਬਿਜਲੀ ਸੰਕਟ ਹੋਰ ਵੀ ਗਹਿਰਾਉਂਦਾ ਨਜ਼ਰ ਆ ਰਿਹਾ। ਤਲਵੰਡੀ ਸਾਬੋ ਪਾਵਰ ਪਲਾਂਟ ਪੂਰੀ ਤਰ੍ਹਾਂ ਠੱਪ ਹੋ ਚੁੱਕਿਆ ਹੈ। ਪਲਾਂਟ ਦੇ 2 ਯੂਨਿਟ ਤਾਂ ਪਹਿਲਾਂ ਤੋਂ ਹੀ ਖਰਾਬ ਚੱਲ ਰਹੇ ਸਨ। ਤੀਜੇ ਯੂਨਿਟ ਦੇ ਵਿੱਚ ਬੀਤੀ ਸ਼ਾਮ ਤਕਨੀਕੀ ਖਾਮੀ ਆ ਗਈ, ਜਿਸ ਕਾਰਨ ਇਸ ਨੂੰ ਬੰਦ ਕਰਨਾ ਪਿਆ ਕਿ ਹੁਣ ਪੰਜਾਬ ਦੀ ਬਿਜਲੀ ਸਪਲਾਈ ਸਿਰਫ 3 ਪਾਵਰ ਪਲਾਂਟਾਂ ਦੇ ਸਿਰ ਤੇ ਚੱਲ ਰਹੀ ਹੈ, ਜਿਨ੍ਹਾਂ 'ਚ ਰੋਪੜ ਪਲਾਂਟ ਦੀ 1 ਯੂਨਿਟ ਵੀ ਪਿਛਲੇ 2 ਦਿਨਾਂ ਤੋਂ ਖਰਾਬ ਹੈ। ਅਜੇ ਤੱਕ ਇਸ ਨੂੰ ਠੀਕ ਨਹੀਂ ਕੀਤਾ ਜਾ ਸਕਿਆ। ਉਧਰ ਗੋਇੰਦਵਾਲ ਪਾਵਰ ਪਲਾਂਟ ਦੀਆਂ ਦੋਵੇਂ ਯੂਨਿਟਾਂ ਚੱਲ ਤਾਂ ਰਹੀਆਂ ਨੇ, ਪਰ 50% ਸਮਰੱਥਾ ਦੇ ਨਾਲ ਬਿਜਲੀ ਉਤਪਾਦਨ ਕਰ ਰਹੀਆਂ ਨੇ। ਸਿਰਫ ਰਾਜਪੁਰਾ ਦਾ ਪਲਾਂਟ ਕਰੀਬ ਆਪਣੀ ਪੂਰੀ ਸਮਰੱਥਾ ਮੁਤਾਬਿਕ ਬਿਜਲੀ ਉਤਪਾਦਨ ਕਰ ਰਿਹਾ ਹੈ, ਜਿਸ ਕਰਕੇ ਡਿਮਾਂਡ ਅਤੇ ਸਪਲਾਈ ਵਿਚਲਾ ਪਾੜਾ ਲਗਾਤਾਰ ਵਧਦਾ ਜਾ ਰਿਹਾ ਤੇ ਲੋਕਾਂ ਨੂੰ ਬਿਜਲੀ ਕੱਟਾਂ ਕਰਕੇ ਪਰੇਸ਼ਾਨ ਹੋਣਾ ਪੈ ਰਿਹਾ ਹੈ। ਇੱਕ ਪਾਸੇ ਗਰਮੀ ਦੀ ਇਸ ਕਦਰ ਤਪਸ਼ ਜਿਹੜੀ ਕਿ ਲਗਾਤਾਰ ਪਾਰਾ ਵਧਦਾ ਹੋਇਆ ਨਜ਼ਰ ਆ ਰਿਹਾ ਹੈ। ਮਾਨਸੂਨ ਨੇ ਅਜੇ ਤੱਕ ਦਸਤਕ ਨਹੀਂ ਦਿੱਤੀ, ਮੀਂਹ ਅਜੇ ਤੱਕ ਪੈ ਨਹੀਂ ਰਹੇ, ਤੇ ਦੂਜੇ ਪਾਸੇ ਜਿਹੜਾ ਲਗਾਤਾਰ ਡਿਮਾਂਡ ਵਧਦੀ ਹੋਈ ਨਜ਼ਰ ਆ ਰਹੀ ਹੈ, ਪਰ ਸਪਲਾਈ ਉਨੀ ਇਹਨਾਂ ਪਲਾਂਟਾਂ ਤੋਂ ਨਹੀਂ ਹੋ ਰਹੀ, ਜਿਸ ਕਰਕੇ ਕਿਸਾਨਾਂ ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਤੇ ਆਮ ਜਨਤਾ ਵੀ ਇਹਨਾਂ ਬਿਜਲੀ ਦੇ ਕੱਟਾਂ ਦਾ ਸਾਹਮਣਾ ਕਰ ਰਹੀ ਹੈ। ਪਰ ਅਜੇ ਤੱਕ ਸਮੱਸਿਆ ਉਵੇਂ ਦੀ ਉਵੇਂ ਬਰਕਰਾਰ ਹੈ ਤੇ ਸਿੱਧੇ ਤੌਰ ਤੇ ਲੋਕਾਂ ਦਾ ਸਰਕਾਰ ਨੂੰ, ਬਿਜਲੀ ਵਿਭਾਗ ਨੂੰ ਇਹੀ ਸਵਾਲ ਹੈ ਕਿ ਆਖਿਰਕਾਰ ਉਹਨਾਂ ਨੂੰ ਪੂਰੀ ਬਿਜਲੀ ਕਦੋਂ ਮਿਲੇਗੀ, ਕੱਟਾਂ ਤੋਂ ਰਾਹਤ ਕਦੋਂ ਮਿਲੇਗੀ। ਕਿਸਾਨ ਵੀ ਇਹੀ ਸਵਾਲ ਕਰ ਰਹੇ ਨੇ, ਕਿਉਂਕਿ ਝੋਨੇ ਦੀ ਲਵਾਈ ਹੋ ਰਹੀ ਹੈ ਖੇਤਾਂ ਦੇ ਵਿੱਚ ਤੇ ਇਸ ਦੌਰਾਨ ਬਿਜਲੀ ਦੀ ਕਿੰਨੀ ਜ਼ਰੂਰਤ ਹੁੰਦੀ ਹੈ ਆਪਣੇ ਆਪ ਦੇ ਵਿੱਚ ਇਸ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ, ਕਿਉਂਕਿ ਲਗਾਤਾਰ ਸਰਕਾਰ ਦੇ ਵੱਲੋਂ 8 ਘੰਟੇ ਨਿਰਵਿਘਨ ਬਿਜਲੀ ਦਾ ਕਿਸਾਨਾਂ ਦੇ ਨਾਲ ਵੀ ਵਾਅਦਾ ਕੀਤਾ ਜਾਂਦਾ ਹੈ। ਇਸ ਵਾਰ ਵੀ ਉਹ ਵਾਅਦਾ ਤੇ ਦਾਅਵਾ ਕੀਤਾ ਜਾ ਰਿਹਾ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਲਗਾਤਾਰ ਕਿਸਾਨਾਂ ਨੂੰ ਵੀ 8 ਘੰਟੇ ਦੀ ਬਿਜਲੀ ਨਹੀਂ ਮਿਲ ਰਹੀ, ਜਿਸ ਕਰਕੇ ਕਿਸਾਨ ਜਨਰੇਟਰ ਡੀਜ਼ਲ ਚਲਾਉਣ ਦੇ ਲਈ ਮਜਬੂਰ ਨੇ। ਅਸੀਂ ਗਰਾਊਂਡ ਜ਼ੀਰੋ ਦਾ ਪੂਰਾ ਅੱਜ ਜਾਇਜ਼ਾ ਲਾਵਾਂਗੇ, ਰਿਐਲਿਟੀ ਚੈੱਕ ਕਰਾਂਗੇ ਆਖਿਰਕਾਰ ਗਰਾਊਂਡ ਜ਼ੀਰੋ ਤੇ ਹਾਲਾਤ ਕਿਸ ਤਰ੍ਹਾਂ ਦੇ ਨੇ, ਕਿੰਨਾ ਕੁ ਵੱਡਾ ਹੈ ਬਿਜਲੀ ਸੰਕਟ। ਇਸ ਬਿਜਲੀ ਸੰਕਟ ਦੇ ਨਾਲ ਕਿਵੇਂ ਆਮ ਜਨਤਾ 2-4 ਹੋ ਰਹੀ ਹੈ। ਮੇਰੇ ਨਾਲ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ, ਰੋਪੜ ਤੋਂ ਅਵਤਾਰ ਕੰਬੋਜ ਜੁੜੇ ਹੋਏ ਨੇ ਤੇ ਜਾਣਨ ਦੀ ਕੋਸ਼ਿਸ਼ ਕਰਾਂਗੇ ਆਖਿਰਕਾਰ ਜ਼ਮੀਨੀ ਹਕੀਕਤ ਹੈ ਕੀ। ਸਭ ਤੋਂ ਪਹਿਲਾਂ ਰੁਕ ਕਰਦੇ ਹਾਂ ਅੰਮ੍ਰਿਤਸਰ ਤੋਂ ਮੇਰੇ ਸਹਿਯੋਗੀ ਰਾਜੀਵ ਸ਼ਰਮਾ ਜੁੜੇ ਹੋਏ ਨੇ। ਰਾਜੀਵ, ਸਰਕਾਰਾਂ, ਬਿਜਲੀ ਵਿਭਾਗ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦਾਅਵੇ ਤੇ ਵਾਅਦੇ ਕਰ ਰਹੀਆਂ ਨੇ ਕਿ ਸੰਕਟ ਜਲਦੀ ਦੂਰ ਕਰ ਲਿਆ ਜਾਵੇਗਾ। ਹਾਲਾਂਕਿ ਵੀ ਦਾਅਵੇ ਕੀਤੇ ਜਾ ਰਹੇ ਨੇ ਕਿ ਕਿਸਾਨਾਂ ਨੂੰ ਵੀ ਨਿਰਵਿਘਨ ਬਿਜਲੀ ਦਿੱਤੀ ਜਾ ਰਹੀ ਹੈ, ਪਰ ਜ਼ਮੀਨੀ ਹਕੀਕਤ ਕੁਝ ਹੋਰ ਬਿਆਨ ਕਰ ਰਹੀ ਹੈ। ਪਾੜਾ ਵੱਡਾ ਹੈ, ਡਿਮਾਂਡ ਲਗਾਤਾਰ ਵਧਦੀ ਜਾ ਰਹੀ ਹੈ, ਪਰ ਸਪਲਾਈ ਉਨੀ ਨਹੀਂ ਹੋ ਰਹੀ, ਸਪਲਾਈ ਪਹਿਲਾਂ ਦੇ ਨਾਲੋਂ ਵੀ ਘਟ ਰਹੀ ਹੈ। ਇਹ ਪਾੜਾ ਦੂਰ ਕਿਵੇਂ ਹੋਵੇਗਾ, ਸਵਾਲ ਬਰਕਰਾਰ ਹੈ। ਗੱਲ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਗਰਾਊਂਡ ਜ਼ੀਰੋ ਹੈ ਕੀ, ਅਸਲ ਦੇ ਵਿੱਚ ਰਿਐਲਿਟੀ ਹੈ ਕੀ, ਸਾਡੇ ਦਰਸ਼ਕਾਂ ਨੂੰ ਵਿਖਾਓ। जी बिल्कुल परमिंदर, सरकार एक पासे बहुत ਵੱਡੇ दावे कर रही है, दूसरे पासे जेकर ਅਸੀਂ ਪਿੰਡਾਂ ਦਾ ਤੁਸੀਂ ਜ਼ਿਕਰ ਕੀਤਾ ਤਾਂ ਕਿਸਾਨਾਂ ਦੇ ਨਾਲ ਕੱਲ ਅਸੀਂ ਗੱਲਬਾਤ ਕੀਤੀ ਸੀ। 8 ਘੰਟੇ ਨਿਰਵਿਘਨ ਬਿਜਲੀ ਦੀ ਗੱਲ ਸਰਕਾਰ ਕਰ ਰਹੀ ਹੈ, ਪਰ 8 ਘੰਟਿਆਂ ਦੇ ਵਿੱਚ ਉਹਨਾਂ ਨੂੰ 1.5 ਤੋਂ 2 ਘੰਟੇ ਹੀ ਉਹ ਵੀ ਕਿਸ਼ਤਾਂ ਦੇ ਵਿੱਚ ਬਿਜਲੀ ਮਿਲ ਰਹੀ ਹੈ। ਝੋਨੇ ਦੀਆਂ ਜਿਹੜੀਆਂ ਅਸੀਂ ਕਹਿ ਸਕਦੇ ਹਾਂ ਕਿ ਜਿਹੜੇ ਖੇਤ ਨੇ ਉਹ ਸੁੱਕੇ ਹੋਏ ਨੇ। ਪਰ ਦੂਸਰੇ ਪਾਸੇ ਇੱਕ ਹੋਰ ਸਭ ਤੋਂ ਅਹਿਮ ਚੀਜ਼ ਜਿਹੜੀ ਅਸੀਂ ਕਹਿ ਸਕਦੇ ਹਾਂ ਕਿ ਸਾਡੀ ਜਿਹੜੀ ਆਰਥਿਕਤਾ ਦਾ ਇੱਕ ਮੁੱਢ ਮੰਨਿਆ ਜਾਂਦਾ ਇੰਡਸਟਰੀ, ਤਾਂ ਇੰਡਸਟਰੀ ਇਸ ਵੇਲੇ ਖਤਰੇ ਦੇ ਵਿੱਚ ਆ। ਮੇਰੇ ਨਾਲ ਜੋ ਅੰਮ੍ਰਿਤਸਰ ਟੈਕਸਟਾਈਲ ਪ੍ਰੋਸੈਸਰ ਐਸੋਸੀਏਸ਼ਨ ਦੇ ਪ੍ਰਧਾਨ ਨੇ ਕ੍ਰਿਸ਼ਨ ਕੁਮਾਰ, ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਹਾਂ, ਕਿਉਂਕਿ ਕੱਲ ਉਹਨਾਂ ਨੇ ਇੱਕ ਚਿੱਠੀ ਵੀ ਲਿਖੀ ਔਰ ਚਿੱਠੀ ਦੇ ਵਿੱਚ ਬਹੁਤ ਸਾਰੀਆਂ ਐਸੀਆਂ ਗੱਲਾਂ ਲਿਖੀਆਂ ਨੇ ਜੋ ਹੈਰਾਨ ਕਰਨ ਵਾਲੀਆਂ ਨੇ, ਕਿਉਂਕਿ ਲਾਕਡਾਊਨ ਦੇ ਵਿੱਚ ਵੀ ਇੰਡਸਟਰੀ ਦਾ ਬਹੁਤ ਵੱਡਾ ਨੁਕਸਾਨ ਹੋਇਆ। ਕੁੱਕੂ ਜੀ, ਜਿਹੜੀ ਤੁਸੀਂ ਕੱਲ ਚਿੱਠੀ ਲਿਖੀ ਹੈ, ਕਿਉਂ ਲਿਖਣੀ ਪਈ? ਔਰ ਤੁਸੀਂ ਇਹ ਵੀ ਗੱਲ ਕਹੀ ਕਿ ਫੈਕਟਰੀਆਂ ਜਿਹੜੀਆਂ ਨੇ ਉਹ ਬੰਦ ਹੋਣ ਦੇ ਕਿਨਾਰੇ ਨੇ, ਪਰ ਸਰਕਾਰ ਦਾ ਧਿਆਨ ਕਿੱਥੇ ਹੈ? ਸਰਕਾਰ ਇਸ ਵੇਲੇ ਕੀ ਕਰ ਰਹੀ ਹੈ? ਦੇਖੋ ਰਾਜੀਵ ਜੀ, ਗੱਲ ਇਹ ਆ ਕਿ ਜਿਹੜੀ ਪੰਜਾਬ ਸਰਕਾਰ ਆ ਉਹ ਇੰਡਸਟਰੀ ਨੂੰ ਲੈ ਕੇ ਬਿਲਕੁਲ ਸੀਰੀਅਸ ਨਹੀਂ ਹੈਗੀ। ਔਰ ਖਾਸ ਕਰਕੇ ਮੈਂ ਗੱਲ ਕਹਿਣਾ ਚਾਹੁੰਦਾ ਹਾਂ ਕਿ ਜਿਹੜਾ PCPCL ਡਿਪਾਰਟਮੈਂਟ ਆ, PSPCL ਡਿਪਾਰਟਮੈਂਟ ਆ, ਉਹ ਡਿਪਾਰਟਮੈਂਟ ਜਿਹੜਾ ਵਾ ਪੰਜਾਬ ਦੀ ਇੰਡਸਟਰੀ ਦੇ ਵਿੱਚ ਦੇ ਕਫਨ 'ਚ ਕਿੱਲ ਦਾ ਕੰਮ ਕਰ ਰਿਹਾ ਇਸ ਵੇਲੇ। ਕਿਉਂਕਿ ਮੈਂ ਨਾਲ ਦੇ ਸੂਬਾ, ਜੇ ਤੁਸੀਂ ਹਿਮਾਚਲ ਦੀ ਗੱਲ ਕਰੋ ਜਾਂ ਪੰਜਾਬ ਦੇ ਵਿੱਚੋਂ JNK ਦੀ ਗੱਲ ਕਰੋ, ਤੇ ਉੱਥੇ ਤਕਰੀਬਨ ਸਾਡੇ ਨਾਲੋਂ ਅੱਧੇ ਮੁੱਲ ਦੇ ਉੱਤੇ ਬਿਜਲੀ ਆ, ਤੇ ਫਿਰ ਵੀ ਪਾਵਰ ਦੀ ਕੋਈ ਕੱਟ ਨਹੀਂ ਹੈਗਾ ਜਾਂ ਰੈਗੂਲਰਿਟੀ ਸਪਲਾਈ ਨਹੀਂ ਹੈਗੀ, ਰੈਗੂਲਰ ਸਪਲਾਈ ਆ, ਕੋਈ ਅਨਇੰਟਰਪਟਡ ਸਪਲਾਈ ਆ। ਅਸੀਂ 2 ਗੁਣਾ ਰੇਟ ਦੇ ਰਹੇ ਹਾਂ 7 ਤੋਂ ਲੈ ਕੇ 8 ਰੁਪਏ ਪਰ ਯੂਨਿਟ ਦੇ, ਤੇ ਫਿਰ ਵੀ ਸਾਡੇ ਕੋਲ ਬਿਜਲੀ ਜਿਹੜੀ 6-6 ਦਿਨ ਦਾ ਕੱਟ ਆ। ਅਸੀਂ ਜੰਗਲ ਦੇ ਵਿੱਚ ਥੋੜ੍ਹਾ ਬੈਠੇ ਹਾਂ, ਅਸੀਂ ਇੰਡਸਟਰੀਆਂ ਚਲਾ ਰਹੇ ਹਾਂ। ਮਤਲਬ ਕਿ ਸਰਕਾਰ ਨੂੰ ਜ਼ਮੀਨੀ ਹਕੀਕਤ ਬਾਰੇ ਕੋਈ ਜਾਣਕਾਰੀ ਨਹੀਂ, ਸਿਰਫ ਬਿਆਨਬਾਜ਼ੀਆਂ ਤੱਕ ਹੀ ਸੀਮਤ ਹੈ।
ਸਰਕਾਰ ਜਿੰਨੀਆਂ ਵੀ ਸਰਕਾਰਾਂ ਆ ਰਹੀਆਂ ਨੇ ਜਾਂ ਸਰਕਾਰ ਕੰਮ ਕਰ ਰਹੀ ਆ ਸਿਰਫ ਆਪਣੇ ਮਫਾਦਾਂ ਨੂੰ ਲੈ ਕੇ ਬਿਜ਼ੀ ਨੇ। ਇਹਨਾਂ ਨੂੰ ਲੋਕਾਂ ਦਾ ਕੋਈ ਕਿਸੇ ਤਰ੍ਹਾਂ ਦਾ 1% ਫਿਕਰ ਨਹੀਂ ਹੈਗਾ। ਜੇ ਫਿਕਰ ਹੁੰਦਾ ਅੱਜ 4.5 ਸਾਲ ਹੋ ਗਏ ਸਰਕਾਰ ਨੂੰ, ਪਿੱਛੇ ਵੀ ਸਰਕਾਰਾਂ ਲੰਘ ਗਈਆਂ ਨੇ। ਪਿਛਲੇ 15 ਸਾਲ ਤੋਂ 12 ਤੋਂ ਲੈ ਕੇ 15,000 ਕਰੋੜ ਰੁਪਈਆ ਬਿਜਲੀ ਦੀ ਜਿਹੜੀ ਸਬਸਿਡੀ ਆ ਕਿਸਾਨਾਂ ਦੀ ਜਿਹੜੀ ਆ ਪੰਜਾਬ ਸਰਕਾਰ ਲੋਕਾਂ ਦੇ ਟੈਕਸਾਂ ਦਾ ਪੈਸਾ ਦੇ ਰਹੀ ਆ। ਜੇ ਅਕਲ ਦੇ ਨਾਲ ਕੰਮ ਕਰਦੇ ਤੇ ਅੱਜ ਜਿੰਨੇ ਸਿਰਫ 13-14 ਲੱਖ ਟਿਊਬਵੈੱਲ ਆ ਪੰਜਾਬ ਦੇ ਵਿੱਚ, ਤੇ ਜੇ ਹਰ ਟਿਊਬਵੈੱਲ ਦੇ ਉੱਤੇ ਸੋਲਰ ਸਿਸਟਮ ਲਗਵਾ ਦਿੱਤਾ ਜਾਂਦਾ ਤੇ ਜੇ 2 ਸਾਲ ਦੀ ਸਬਸਿਡੀ ਦੇ ਅਗੇਂਸਟ ਜਿਹੜੀ ਆ ਟੋਟਲ ਪੰਜਾਬ ਦੇ ਜਿੰਨੇ ਵੀ ਕਿਸਾਨ ਨੇ ਉਹਨਾਂ ਦੇ 14 ਲੱਖ ਟਿਊਬਵੈੱਲਾਂ ਦੇ ਉੱਤੇ ਸੋਲਰ ਸਿਸਟਮ ਲੱਗ ਜਾਣਾ ਸੀ। ਔਰ ਇੱਕ ਸੋਲਰ ਤੋਂ ਉਹ 2-2 3-3 ਬੰਬੀਆਂ ਵੀ ਚਲਾ ਸਕਦੇ ਤੇ ਆਪਣੀ ਘਰ ਦੀ ਬਿਜਲੀ ਵੀ ਫ੍ਰੀ ਲੈ ਸਕਦੇ। ਜੀ ਸਵਾਲ ਹੈ ਕਿ ਇਸ ਵੇਲੇ ਇੰਡਸਟਰੀ ਕਿੱਥੇ ਖੜੀ ਹੈ? ਤੁਸੀਂ ਇੱਕ ਚਿੱਠੀ ਵੀ ਲਿਖੀ, ਉਹਦੇ ਵਿੱਚ ਜ਼ਿਕਰ ਕੀਤਾ ਕਿ ਫੈਕਟਰੀਆਂ ਜਿਹੜੀਆਂ ਬੰਦ ਹੋਣ ਦੇ ਕਿਨਾਰੇ ਨੇ, ਕਿਉਂਕਿ ਪਹਿਲਾਂ ਤੋਂ ਹੀ ਲੇਬਰ ਜਿਹੜੀ ਉਹ ਜਾ ਚੁੱਕੀ ਸੀ, ਲੋਕਡਾਊਨ ਦੇ ਕਰਕੇ ਬਹੁਤ ਨੁਕਸਾਨ ਹੋਇਆ। ਇਸ ਵੇਲੇ ਇੰਡਸਟਰੀ ਦੇ ਕੀ ਹਾਲਾਤ? ਰਾਜੀਵ ਜੀ, ਸਾਡੀ ਇੰਡਸਟਰੀ ਜਿਹੜੀ ਆ ਕੋਵਿਡ ਕਰਕੇ ਪਹਿਲੋਂ 9 ਮਹੀਨੇ 10 ਮਹੀਨੇ ਬਿਲਕੁਲ ਬੇਕਾਰ ਰਿਹਾ। ਉਸ ਤੋਂ ਬਾਅਦ ਬਾਹਰ ਦੀਆਂ ਮਾਰਕੀਟਾਂ ਸਾਰੀਆਂ ਬੰਦ ਸੀਗੀਆਂ, ਭਾਵੇਂ ਉਹ ਬੰਬੇ, ਦਿੱਲੀ, ਟੈਕਸਟਾਈਲ ਦਾ ਕੰਮ ਜਿਹੜਾ ਦਿੱਲੀ, ਬੰਬੇ ਤੇ ਸੂਰਤ ਵਗੈਰਾ, ਕੈਲਕਟਾ ਵਗੈਰਾ ਦੇ ਵਿੱਚ ਸਾਰੀਆਂ ਮਾਰਕੀਟਾਂ ਜਿਹੜੀਆਂ ਬੰਦ ਸੀ ਡਿਊ ਟੂ ਕੋਵਿਡ। ਜੇ ਪਿਛਲਾ 1 ਮਹੀਨਾ ਪੰਜਾਬ ਦੇ ਵਿੱਚ ਫਿਰ ਦੁਬਾਰਾ ਲੋਕਡਾਊਨ ਰਿਹਾ ਵਾ, ਤੇ ਜੇ 15 ਦਿਨ ਪਹਿਲਾਂ ਦੁਬਾਰਾ ਇੱਕ ਵਾਰ ਸਾਰੀ ਕੈਪੀਟਲ ਇਨਫਿਊਜ਼ ਕਰਕੇ ਅਸੀਂ ਲੋਕਾਂ ਨੇ ਜਿਹੜੇ ਪ੍ਰਵਾਸੀ ਮਜ਼ਦੂਰ ਇੱਥੋਂ ਜਾ ਚੁੱਕੇ ਸੀ ਉਹਨਾਂ ਨੂੰ ਟੈਲੀਫੋਨ ਕਰ ਕਰਕੇ ਰਿਕੁਐਸਟ ਕਰ ਕਰਕੇ ਟਿਕਟਾਂ ਬੁੱਕ ਕਰਾ ਕੇ ਉਹਨਾਂ ਦੀਆਂ ਅਸੀਂ ਗਰੰਟੀਆਂ ਚੁੱਕ ਕੇ ਉਹਨਾਂ ਨੂੰ ਵਾਪਸ ਮੰਗਾਇਆ ਵੀ ਤੁਸੀਂ ਆਓ ਇੱਥੇ ਪੰਜਾਬ ਦੇ ਵਿੱਚ, ਅਸੀਂ ਫਿਰ ਦੁਬਾਰਾ ਇੰਡਸਟਰੀ ਦਾ ਇੱਕ ਵਾਰ ਬੂਮ ਦੇ ਨਾਲ ਜ਼ੋਰ ਦੇ ਨਾਲ ਕੰਮ ਕਰਕੇ ਅਸੀਂ ਰੋਜੀ ਰੋਟੀ ਦਾ ਇੰਤਜ਼ਾਮ ਕਰਾਂਗੇ ਤੇ ਸਾਰਾ ਇੰਡਸਟਰੀ ਚਲਾਵਾਂਗੇ। PSPCL ਵੱਲੋਂ ਕਿਹਾ ਗਿਆ, ਉਹਦੇ ਵਿੱਚ ਕਿਹਾ ਕੀ ਗਿਆ ਤੁਹਾਨੂੰ ਕਿ ਫੈਕਟਰੀ ਕਦੋਂ ਤੋਂ ਕਦੋਂ ਤੱਕ ਬੰਦ ਰੱਖਣੀ ਚਾਹੀਦੀ ਹੈ? ਕੀ ਉਹਦੇ ਵਿੱਚ ਆਦੇਸ਼ ਕੀ ਜਾਰੀ? ਪਹਿਲੋਂ ਇਹਦਾ ਸਰਕੂਲਰ 4 ਆਇਆ, ਉਹਨਾਂ ਨੇ 3 ਦਿਨ ਦਾ ਕੱਟ ਦਿੱਤਾ, ਵਿੱਚ 12 ਘੰਟੇ ਦਾ ਰਿਲੈਕਸ ਦੇ ਕੇ ਇੱਕਦਮ ਮੁੜ ਕੇ ਦਫ਼ਤਰ ਸਰਕੂਲਰ ਜਿਹੜਾ ਨਾ ਉਹ 11 ਤੇ 12 ਆ ਗਿਆ, ਅੱਗੇ 3 ਦਿਨ ਫੇਰ ਬੰਦ ਕਰ ਦਿੱਤੀ। ਇਹਨਾਂ ਦਾ ਕੋਈ ਪਤਾ ਹੀ ਨਹੀਂ, ਮੋਨੋਪੋਲੀ ਡਿਪਾਰਟਮੈਂਟ ਆ, ਇਹਨਾਂ ਨੂੰ ਕੋਈ ਪੁੱਛਣ ਗਿੱਛਣ ਵਾਲਾ ਨਹੀਂ, ਇਹਨਾਂ ਦਾ ਕੋਈ ਕੰਪੀਟੀਸ਼ਨ ਦਾ ਡਿਪਾਰਟਮੈਂਟ ਨਹੀਂ, ਇਹ ਜੋ ਚਾਹਣ ਇੰਡਸਟਰੀ ਨਾਲ ਕਰ ਸਕਦੇ ਨੇ। ਪਰ ਸਵਾਲ ਸਭ ਤੋਂ ਵੱਡਾ ਇਹ ਹੈ ਕਿ ਇੰਡਸਟਰੀ ਜਿਹੜੀ ਹੈ ਇੱਕ ਤਾਂ ਕਿਸੇ ਵੀ ਸੂਬੇ ਦੀ ਆਰਥਿਕਤਾ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਉਂਦੀ, ਦੂਸਰੇ ਪਾਸੇ ਜੇਕਰ ਅਸੀਂ ਸਰਕਾਰਾਂ ਵੀ ਚੁਣਦੇ ਹਾਂ ਤਾਂ ਇੰਡਸਟਰੀਲਿਸਟ ਦਾ ਉਹਨਾਂ ਦੇ ਵਿੱਚ ਵੀ ਵੱਡਾ ਯੋਗਦਾਨ ਮੰਨਿਆ ਜਾਂਦਾ। ਪਰ ਤੁਹਾਨੂੰ ਕੀ ਲੱਗਦਾ ਕਿ ਇਸ ਵੇਲੇ ਪੰਜਾਬ ਦੇ ਇੰਡਸਟਰੀਲਿਸਟ ਨੂੰ ਇਗਨੋਰ ਕੀਤਾ ਜਾ ਰਿਹਾ? ਦੇਖੋ ਗੱਲ ਆ ਰਾਜੀਵ ਜੀ ਕਿ ਇੱਕ ਐਗਰੀਕਲਚਰ ਤੋਂ ਬਾਅਦ ਟੈਕਸਟਾਈਲ ਸਭ ਤੋਂ ਵੱਡਾ ਜਿਹੜਾ ਰੋਜ਼ਗਾਰ ਦਾ ਮਾਧਿਅਮ ਆ, ਤੇ ਟੈਕਸਟਾਈਲ ਦੀ ਮਿਲਾਂ ਜਿਹੜੀਆਂ ਨੇ ਆਲਮੋਸਟ ਅੱਜ ਦੀ ਡੇਟ ਦੇ ਜਿਹੜਾ ਕਿ ਅੰਮ੍ਰਿਤਸਰ ਸ਼ਹਿਰ ਮੈਨਚੈਸਟਰ ਦੇ ਨਾਲ ਤੁਲਨਾ ਕੀਤੀ ਜਾਂਦੀ ਸੀ, ਪਹਿਲਾਂ ਹੀ ਇਹਨਾਂ ਦੀਆਂ ਗਲਤ ਪਾਲਿਸੀਆਂ ਕਰਕੇ ਮਰ ਚੁੱਕਿਆ। ਇਹ ਬਿਜਲੀ ਬੋਰਡ ਨੇ ਜਿਹੜਾ ਬਿਲਕੁਲ ਰਹਿੰਦਾ ਖਿੰਦਾ ਬੇੜਾ ਗਰਕ ਕਰ ਦਿੱਤਾ ਵਾ। ਔਰ ਇਹ ਇੰਡਸਟਰੀ ਬੰਦ ਹੋਏਗੀ, ਇਹ ਜੇ ਇਹ ਪੈਸਾ ਨਹੀਂ ਆਊਗਾ, ਇੰਡਸਟਰੀਜ਼ ਕਰੋੜਾਂ ਰੁਪਏ ਦਾ GST ਦੇ ਰਿਹਾ, ਕਰੋੜਾਂ ਰੁਪਏ ਦਾ ਟੈਕਸ ਦੇ ਰਿਹਾ, ਜਿਨ੍ਹਾਂ ਦਾ ਸਟੇਟ ਸਰਕਾਰਾਂ ਨੂੰ ਜਿਹੜਾ ਟੈਕਸ ਦੇ ਜਿਹੜਾ ਜਾਂਦਾ ਵਾ ਉਹਦਾ ਸ਼ੇਅਰ ਜਾਂਦਾ ਵਾ, ਤੇ ਜੇ ਇਹ ਇਸੇ ਪੈਸੇ ਦੀ ਸਬਸਿਡੀ ਜ਼ਿਮੀਂਦਾਰਾਂ ਨੂੰ ਦੇ ਕੇ ਤੇ ਇੰਡਸਟਰੀਲਿਸਟਾਂ ਦਾ ਗਲ ਘੁੱਟਣਗੇ ਤੇ ਕੱਲ ਨੂੰ ਉਹ ਕਿਸ ਤਰ੍ਹਾਂ ਸਰਵਾਈਵ ਕਰਨਗੇ? ਸਿੱਧੇ ਔਰ ਸਰਲ ਸ਼ਬਦਾਂ ਦੇ ਵਿੱਚ ਪੁੱਛਣਾ ਹੋਵੇ ਕਿ ਤੁਸੀਂ ਸਰਕਾਰ ਨੂੰ, ਜਿਹੜਾ ਪੰਜਾਬ ਦਾ ਟੈਕਸਟਾਈਲ ਇੰਡਸਟਰੀ ਦੇ ਨਾਲ ਜੁੜਿਆ ਜਿਹੜਾ ਸ਼ਖਸ ਹੈ, ਉਹ ਕਹਿਣਾ ਕੀ ਚਾਹੁੰਦਾ? ਇਸ ਵੇਲੇ ਤੁਸੀਂ ਮੰਗ ਕੀ ਕਰਦੇ ਹੋ ਜੋ ਇਸ ਵੇਲੇ ਸਮੇਂ ਦੀ ਜ਼ਰੂਰਤ ਹੈ? ਸਰਕਾਰ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ, ਕਿਉਂਕਿ ਇੰਡੀਪੈਂਡੈਂਟ ਡਿਪਾਰਟਮੈਂਟ ਆ PSPCL। ਇਹਨਾਂ ਨੇ ਇੱਥੇ ਪੂਰੀ ਇੱਕ ਹਿਸਾਬ ਨਾਲ ਗੁੰਡਾਗਰਦੀ ਦਾ ਰਾਜ ਆ, ਕੋਈ ਸੁਣਵਾਈ ਨਹੀਂ ਕਿਸੇ ਤਰ੍ਹਾਂ ਦੀ। ਇਹਨਾਂ ਨੇ ਇੰਨਾ ਬੁਰਾ ਹਾਲਤ ਕਰ ਦਿੱਤੀ ਆ ਪੰਜਾਬ ਦੇ ਵਿੱਚ, ਕੋਈ ਪਾਲਿਸੀ ਨਹੀਂ, ਕੋਈ ਇਹਨਾਂ ਦਾ ਆਪਣਾ ਮੈਨੀਫੈਸਟੋ ਨਹੀਂ, ਕੋਈ ਇਹਨਾਂ ਦਾ ਕਹਿਣ ਦਾ ਨਹੀਂ। ਇਹ ਪੰਜਾਬ ਸਰਕਾਰ ਤੋਂ ਵੀ ਪੈਸੇ ਲੈ ਰਹੇ ਨੇ ਤੇ ਉਹਦੇ ਬਾਵਜੂਦ ਵੀ ਬਿਜਲੀ ਨਹੀਂ ਸਪਲਾਈ ਕਰ ਰਹੇ। ਕਹਿ ਸਕਦੇ ਕਿ ਸਰਕਾਰ ਜਿਹੜੀ ਬੈਕਫੁੱਟ ਤੇ ਇਸ ਚੀਜ਼ ਨੂੰ ਲੈ ਕੇ। ਮੈਂ ਇਹ ਗੱਲ ਕਹਿਣੀ ਚਾਹੁੰਦਾ ਮੈਂ ਕਿ ਸਰਕਾਰ ਜਿਹੜੀ ਆ ਇਹਦੇ ਪੈਰਲਲ ਇੱਕ ਡਿਪਾਰਟਮੈਂਟ ਲਿਆਵੇ, ਇੱਕ ਪੈਰਲਲ ਬਿਜਲੀ ਬੋਰਡ ਦਾ ਪ੍ਰਾਈਵੇਟ ਏਜੰਸੀਆਂ ਲੈ ਕੇ ਆਵੇ, ਇਹਨਾਂ ਨੂੰ ਕੰਪੀਟੀਸ਼ਨ ਕਰਨਾ ਪਵੇ ਤੇ ਇਹਨਾਂ ਨੂੰ ਪਤਾ ਲੱਗੇ ਕਿ ਪੰਜਾਬ ਦੇ ਵਿੱਚ ਜਿਹੜੀ ਬਿਜਲੀ ਜਿਹੜੀ ਆ ਜਿਹੜਾ ਚੰਗੀ ਸਪਲਾਈ ਦੇਗਾ ਆਪੇ ਉਹ। ਠੀਕ ਹੈ ਰਾਜੀਵ, ਪੂਰੀ ਗੱਲਬਾਤ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਲਗਾਤਾਰ ਸਾਡੇ ਨਾਲ ਬਣੇ ਰਹੋ। ਜਿਵੇਂ ਕਿ ਰਾਜੀਵ ਸ਼ਰਮਾ ਨੇ ਬੜੇ ਵਿਸਥਾਰ ਦੇ ਨਾਲ ਗੱਲਬਾਤ ਕੀਤੀ ਹੈ, ਅੰਮ੍ਰਿਤਸਰ ਦੇ ਵਿੱਚ ਗੁਰੂ ਦੀ ਨਗਰੀ ਦੇ ਵਿੱਚ ਇੰਡਸਟਰੀ ਕਿਵੇਂ ਪ੍ਰਭਾਵਿਤ ਹੋ ਰਹੀ ਹੈ, ਵੱਡੇ ਦਾਅਵਿਆਂ ਦੀ, ਸਰਕਾਰ ਦੇ ਵੱਡੇ ਦਾਅਵੇ, PSPCL ਦੇ ਵੱਡੇ ਦਾਅਵਿਆਂ ਦੀ ਕਿਵੇਂ ਪੋਲ ਖੁਰ ਰਹੀ ਹੈ, ਪੂਰਾ ਇਸ ਗੱਲਬਾਤ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੋ ਲਗਾਤਾਰ ਅਸੀਂ ਪੂਰੇ ਪੰਜਾਬ ਭਰ ਤੋਂ ਰਿਐਲਿਟੀ ਚੈੱਕ ਕਰ ਰਹੇ ਹਾਂ, ਇਸ ਗੱਲ ਦਾ ਜਾਇਜ਼ਾ ਲੈ ਰਹੇ ਹਾਂ ਕਿ ਆਖਿਰਕਾਰ ਗਰਾਊਂਡ ਜ਼ੀਰੋ ਤੇ ਹਾਲਾਤ ਕਿਸ ਤਰ੍ਹਾਂ ਦੇ ਨੇ। ਖਰੜ ਤੋਂ ਮੇਰੇ ਸਹਿਯੋਗੀ ਰੋਹਿਤ ਬੰਸਲ ਜੁੜੇ ਹੋਏ ਨੇ, ਅਵਤਾਰ ਕੰਬੋਜ ਰੋਪੜ ਤੋਂ ਜੁੜੇ ਹੋਏ ਨੇ। ਪਹਿਲਾਂ ਰੁਕ ਕਰਦੇ ਹਾਂ ਰੋਪੜ ਦਾ ਅਵਤਾਰ ਕੰਬੋਜ ਦਾ। ਅਵਤਾਰ, ਰੋਪੜ ਦੇ ਵਿੱਚ ਪਾਵਰ ਪਲਾਂਟ ਹੈ,
ਪਾਵਰ ਪਲਾਂਟ ਜੇਕਰ ਗੱਲ ਕੀਤੀ ਜਾਵੇ ਤਾਂ ਕਰੀਬ 3 ਪਾਵਰ ਪਲਾਂਟ ਹੈ ਜਿਹੜੇ ਫਿਲਹਾਲ ਬਿਜਲੀ ਦਾ ਉਤਪਾਦਨ ਕਰ ਰਹੇ ਨੇ ਤੇ ਉਹ ਵੀ ਜਿੰਨੀ ਸਮਰੱਥਾ ਹੈ ਉਸ ਤੋਂ ਵੀ ਘੱਟ ਕੀਤਾ ਜਾ ਰਿਹਾ, ਜਿਸ ਕਰਕੇ ਜਿਹੜਾ ਡਿਮਾਂਡ ਹੈ ਤੇ ਜਿਹੜਾ ਸਪਲਾਈ ਦਾ ਗੈਪ ਹੈ, ਜਿਹੜਾ ਪਾੜਾ ਹੈ, ਹੋਰ ਵੀ ਵਾਧਾ ਹੋਇਆ ਨਜ਼ਰ ਆ ਰਿਹਾ। ਗੱਲ ਰੋਪੜ ਦੇ ਪਾਵਰ ਪਲਾਂਟ ਦੀ ਕੀਤੀ ਜਾਵੇ ਤਾਂ ਕੀ ਇਹਦੀ ਸਥਿਤੀ ਕੀ ਹੈ, ਗਰਾਊਂਡ ਜ਼ੀਰੋ ਦੀ ਰਿਐਲਿਟੀ ਕੀ ਹੈ, ਕਿੰਨੀ ਸਮਰੱਥਾ ਹੈ, ਕਿੰਨਾ ਫਿਲਹਾਲ ਉਤਪਾਦਨ ਹੋ ਰਿਹਾ, ਕਿੰਨੇ ਯੂਨਿਟ ਚੱਲ ਰਹੇ ਨੇ? जी परमिंदर बिल्कुल रोपड़ का जो थर्मल प्लांट है इस 4 यूनिट एक्टिव ने 3 नंबर 4 नंबर 5 नंबर ते 6 नंबर 210 मैगावाट हरेक यूनिट की समर्था बिजली उत्पादन करने की। चारों यूनिट पिछले समय के पिछले हफ्ते उत्पादन बिजली का लगातार कर रहे सन, परंतु पहला 4 नंबर यूनिट के ट्रिपिंग आई सी, फाल्ट पिया सी, उस तो बाद 3 नंबर यूनिट के भी पिया सी ते 3 दिन बाद फिर दोबारे 3 नंबर यूनिट के जो ट्यूब बॉयलर की ट्यूबा ने वो लीकेज आई सी। शुरू के जो थर्मल के अधिकारी साढ़े सूत्रों के मुताबिक दस्या जा रहा है कि लगभग 48 घंटे के इसकी समस्या जो लीकेज की समस्या रिमूव कर लिया जाएगा, परंतु क्योंकि 20 घंटे का टाइम लगना सी इस ठंडा होने के लिए, उस तो बाद इसकी मुरम्मत का काम शुरू होना सी। जो मुरम्मत का काम शुरू किया गया तो साढ़े सूत्रों के मुताबिक इस ट्यूबा के जो लीकेज है उसका मामला वाधा हुआ देखा गया। साढ़े सूत्र ये भी दस रहे हैं कि लगभग 14 ट्यूबा ने जिन्हों के लीकेज हुई है, फिलहाल भी इसके मुरम्मत का काम चल रहा। अधिकारिक सूत्र ने जो दसते हैं कि अज नामुमकिन के लगभग है कि 3 नंबर यूनिट ठीक हो जाएगा। आस ये जताई जा रही कि कल दोपहर तक इस यूनिट के ठीक होने की आस है, उस तो बाद बिजली का उत्पादन करना यह यूनिट भी शुरू कर देगा। जेकर बाकी यूनिटों की गल करिए 3 होर यूनिट ने उन्होंने भी हरेक की समर्था 210 मैगावाट है, जो इस टाइम 4 नंबर यूनिट है वो 203 मैगावाट बिजली का उत्पादन कर रहा। 5 नंबर यूनिट 202 मैगावाट बिजली का उत्पादन कर रहा है, 6 नंबर यूनिट इस वक्त 199 मैगावाट बिजली का उत्पादन कर रहा। कुल मिला के 630 मैगावाट 3 यूनिटों की समर्था बिजली उत्पादन करने की, लेकिन 600 मैगावाट के लगभग 3 यूनिट वो बिजली का इस वक्त उत्पादन कर रहे हैं बेशक, लेकिन कितना कितने 210 मैगावाट बिजली की घाट जरूर रड़क रही है, क्योंकि जो उत्पादन 3 नंबर यूनिट ने करना सी वो फिलहाल भी चालू नहीं हो सकिया। 48 घंटे की गल कही जा रही सी, लेकिन 60 घंटे हो चुके हैं, 2.5 दिन हो चुके हैं, हजे तक भी उसकी मुरम्मत का काम जारी है। कल तक जो उसकी मुरम्मत का काम नेपरे चढ़ जाएगा उस तो बाद उसकी बिजली उत्पादन करने की भी उम्मीद जाग जाएगी। असी इस वक्त रूपनगर के मौजूद हाँ, क्योंकि असी ਵੱਖ-ਵੱਖ किसानों के नाल गल की है, ਵੱਖ-ਵੱਖ शहरी और पेंडू जो बिजली के खपतकार ने उन्होंने भी गल की है। ग्राउंड जीरो ते की रियलिटी है, क्योंकि बिजली के लंबे कट लग रहे हैं। बिजली के कट्टां दे करके जो ਵੱਖ-ਵੱਖ सियासी धिरां ने, ਵੱਖ-ਵੱਖ जो विरोधी सियासी धिरां ने उन्होंने भी हुण कांग्रेस सरकार के उपर सवाल चुकने का मौका मिल गया। लगातार प्रहार किए जा रहे हैं। साडे नाल कुछ अकाली दल के आगू भी मौजूद ने इस वक्त, और कुछ आम आदमी पार्टी के आगू भी मौजूद ने। इन्हां नाल भी गल करनी चाहांगे। भाजी किस तरह देखते हो कुल मिला के कारगुजारी? पंजाब इस वेले बहुत वड्डे बिजली के संकट च है, और मैं समझदा है कि संकट का सब तो वड्डा कारण कैप्टन अमरिंदर सिंह जिन्हां कोले बिजली का महकमा है उन्हां दी गैर जिम्मेवारी, गैर संजीदगी। जिहड़ा मुख मंत्री कई हफ्ते कई महीने दफ्तर नहीं जाता, जिन्हों केवल अपनी ऐशप्रस्ती की फिक्र है, उस बंदे के हत्थ च ये डिपार्टमेंट होने का सब तो वड्डा कारण है। हर साल पंजाब दे विच जिहड़ी है 500 मैगावाट की डिमांड जिहड़ी वधदी है, और सरदार सुखबीर सिंह बादल होना ने सरदार प्रकाश सिंह बादल की सरकार च 4500 मैगावाट के प्राइवेट थर्मल प्लांट जेकर ना लाए होंदे तां अज पंजाब का हाल इस तो भी माड़ा होना सी। बदकिस्मती है पंजाब की कि 500 मैगावाट बिजली जिहड़ी हर साल डिमांड वधदी है, ਉਹਦੇ ਅਗੇਂਸਟ ਇੱਕ ਬੱਲਬ ਜਿੰਨੀ ਬਿਜਲੀ ਪੈਦਾ ਕਰਨ ਦੀ ਵੀ ਜਿਹੜੀ ਸਰਕਾਰ ਨੇ ਪਿਛਲੇ 5 ਸਾਲ 'ਚ ਕੋਸ਼ਿਸ਼ ਨਹੀਂ ਕੀਤੀ, ਜਿਹਦਾ ਖਾਮਿਆਜਾ ਅੱਜ ਪੰਜਾਬ ਦੇ ਲੋਕਾਂ ਨੂੰ ਭੁਗਤਣਾ ਪੈ ਰਿਹਾ। ਕਦੇ ਬਿਜਲੀ ਸਮਝੌਤਿਆਂ ਦੀਆਂ ਗੱਲਾਂ ਕਰਦੇ ਨੇ, ਕਦੇ ਪ੍ਰਾਈਵੇਟ ਥਰਮਲ ਪਲਾਂਟ ਦੀਆਂ ਗੱਲਾਂ ਕਰਦੇ ਨੇ। ਅੱਜ ਵੀ ਪੰਜਾਬ ਦੇ ਜਿਹੜੇ ਸਮਝੌਤੇ ਕੀਤੇ ਨੇ ਸਰਕਾਰ ਨੇ, ਪਿਛਲੀ ਸਰਕਾਰ ਨੇ, ਉਹਦੇ ਮੁਤਾਬਕ 2 ਰੁਪਏ 99 ਪੈਸੇ ਯੂਨਿਟ ਜਿਹੜੀ ਬਿਜਲੀ ਹੈ ਉਹ ਪੰਜਾਬ ਸਰਕਾਰ ਇਹਨਾਂ ਤੋਂ ਪ੍ਰਾਈਵੇਟ ਥਰਮਲ ਪਲਾਂਟਾਂ ਤੋਂ ਲੈ ਰਹੀ ਹੈ। ਕਦੇ ਫਿਕਸ ਚਾਰजेस ਦੀ ਗੱਲ ਕਰਦੇ ਨੇ। ਫਿਕਸ ਚਾਰजेस ਤਾਂ ਜਿਹੜੇ ਸਰਕਾਰੀ ਥਰਮਲ ਪਲਾਂਟ ਹੈ ਉਹਨਾਂ ਨੂੰ ਵੀ ਦੇਣੇ ਪੈਂਦੇ ਆ, ਉਹ ਵੀ ਕੋਈ ਬਿਨਾਂ ਫਿਕਸ ਚਾਰजेस ਤੋਂ ਇਹਨਾਂ ਨੂੰ ਜਿਹੜੇ ਹੈ ਉਹ ਬਿਜਲੀ ਇਹਨਾਂ ਨੂੰ ਨਹੀਂ ਮਿਲਦੀ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਕੇਵਲ ਪੋਲੀਟੀਕਲ ਗੱਲਾਂ ਕਰਨ ਦਾ ਸਮਾਂ ਨਹੀਂ, ਸਰਕਾਰ ਨੂੰ ਚਾਹੀਦਾ ਹੈ ਕਿ ਬਿਜਲੀ ਦੀ ਜਿਹੜੀ ਹੋਰ ਉਪਜ ਹੈ ਜਾਂ ਬਿਜਲੀ ਬਣਾਉਣ ਦੇ ਬਾਰੇ ਹੋਰ ਜ਼ਿਆਦਾ ਸੋਚੇ, ਨਾ ਕਿ ਪੋਲੀਟੀਕਲ ਗੱਲਾਂ। ਜੇ ਸਮਝੌਤਿਆਂ ਦੀ ਗੱਲ ਹੁੰਦੀ, ਸਮਝੌਤੇ ਗਲਤ ਹੁੰਦੇ ਤਾਂ 4.5 ਸਾਲ ਹੋ ਗਏ, ਇਹਨਾਂ ਨੇ ਸਮਝੌਤੇ ਰੱਦ ਕਿਉਂ ਨਹੀਂ ਕੀਤੇ? सिर्फ पोलीटिकल गल्लां, पोलीटिकल स्टेटमेंट्स नाल लोकां दा जिहड़ा ढिड वो नहीं भरना। जिस तरह बिजली की मंग वधदी जा रही है, सरकार मैनेज कर रही है, कोशिश की जा रही है, बाहरों भी बिजली खरीदी जा रही है। कुल मिला के सरकार की कारगुजारी
ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਬਿਲਕੁਲ ਨਿਲ ਕਾਰਗੁਜ਼ਾਰੀ ਆ ਸਰਕਾਰ ਦੀ। ਮੈਂ ਪਹਿਲਾਂ ਕਹਿ ਕੇ ਹਟਿਆ ਕਿ 4.5 ਸਾਲ ਵਿੱਚ ਇੱਕ ਬੱਲਬ ਜਿੰਨੀ ਬਿਜਲੀ ਵੀ ਪੈਦਾ ਨਹੀਂ ਕੀਤੀ ਸਰਕਾਰ ਨੇ, ਤੇ ਹੁਣ ਮਹਿੰਗੀ ਬਿਜਲੀ ਖਰੀਦਣੀ ਇਸ ਮੌਕੇ ਦੇ ਉੱਤੇ ਆ ਕੇ ਮੈਂ ਹੈਰਾਨ ਹੁੰਦਾ ਕਿ ਸਰਕਾਰੀ ਥਰਮਲ ਪਲਾਂਟ ਜਿਹੜੇ ਚੱਲਦੇ ਸੀ ਚੰਗੇ ਭਲੇ, ਬਠਿੰਡੇ ਦਾ ਥਰਮਲ ਪਲਾਂਟ ਬੰਦ ਕਰਤਾ, ਰੋਪੜ ਦੇ 2 ਯੂਨਿਟ ਬੰਦ ਕਰਤੇ, ਔਰ ਹੁਣ ਜਦੋਂ ਸਿਰ ਤੇ ਪਈ ਆ ਉਹ ਯੂਨਿਟ ਚਲਾਉਂਦੇ ਨੇ। ਹਾਲਾਂਕਿ ਪਿਛਲੇ ਸਮੇਂ 'ਚ ਰੋਪੜ ਥਰਮਲ ਪਲਾਂਟ ਦੀਆਂ ਸਾਰੀਆਂ ਵੈਕੈਂਸੀਆਂ ਇਹਨਾਂ ਨੇ ਖਤਮ ਕਰਤੀਆਂ। ਹੁਣ ਰਿਟਾਇਰੀ ਅਫਸਰ ਜਿਹੜੇ ਪਿਛਲੇ ਦਿਨਾਂ 'ਚ ਐਸਡੀਓ ਰਿਟਾਇਰ ਹੋਏ ਆ, ਜੇਈ ਰਿਟਾਇਰ ਹੋਏ ਆ, ਐਕਸ਼ਨ ਰਿਟਾਇਰ ਹੋਏ ਆ, ਉਹਨਾਂ ਨੂੰ ਲੈ ਕੇ ਤਾਂ ਇਹ ਕੰਮ ਚਲਾ ਰਹੇ ਆ। ਕੀ ਇਸ ਸਰਕਾਰ ਤੋਂ ਉਮੀਦ ਰੱਖੀ ਜਾ ਸਕਦੀ ਹੈ? ਕੁੱਲ ਮਿਲਾ ਕੇ ਬਿਜਲੀ ਦਾ ਸੰਕਟ ਤਾਂ ਗਹਿਰਾਇਆ ਹੋਇਆ ਹੈ। ਰਾਜਨੀਤਿਕ ਲੋਕ ਨੇ, ਰਾਜਨੀਤਿਕ ਗੱਲਾਂ ਵੀ ਆਪਾਂ ਕਰਦੇ ਨੇ, ਪਰੰਤੂ ਉਸ ਤੋਂ ਪਹਿਲਾਂ ਆਪਾਂ ਵੋਟਰ, ਉਸ ਤੋਂ ਪਹਿਲਾਂ ਆਪਾਂ ਬਿਜਲੀ ਦੇ ਖਪਤਕਾਰ ਹੈ। ਕੀ ਸੋਚਦਾ ਬਿਜਲੀ ਦਾ ਖਪਤਕਾਰ? ਦੇਖੋ, ਅੱਜ ਸੋਚਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਬਿਜਲੀ ਲੋਕਾਂ ਨੂੰ ਪੂਰੀ ਦੇਣ ਦੇ ਲਈ ਕਿਹੜੀ ਪਾਲਿਸੀ ਦੀ ਲੋੜ ਹੈ। ਅੱਜ ਅਸੀਂ ਲੋੜ ਪੈਣ ਤੇ ਸਰਕਾਰੀ ਥਰਮਲਾਂ ਨੂੰ ਚਲਾਉਣ ਦੇ ਉੱਪਰ ਆ ਗਏ। ਹੁਣ ਜਦੋਂ ਉਹਨਾਂ ਨੂੰ ਇੱਕਦਮ ਚਲਾਇਆ ਗਿਆ ਤਾਂ ਉਹਨਾਂ ਦੀ ਸਮੱਸਿਆਵਾਂ ਵੀ ਆ ਰਹੀਆਂ ਨੇ। ਪਰ ਸਮੱਸਿਆਵਾਂ ਕਿਉਂ ਆ ਰਹੀਆਂ? ਸਮੱਸਿਆਵਾਂ ਇਸ ਕਰਕੇ ਆ ਰਹੀਆਂ ਨੇ, ਜਦੋਂ ਅਸੀਂ ਪਹਿਲੇ ਸਮਿਆਂ ਦੇ ਵਿੱਚ ਉਹਨਾਂ ਨੂੰ ਟੋਟਲੀ ਜੰਦੇ ਲਾਤੇ। ਉਹਨਾਂ ਦੇ ਵਿੱਚੋਂ ਜਿਹੜੇ ਰੋਪੜ ਥਰਮਲ ਦੀ ਗੱਲ ਕਰੀਏ, 2 ਯੂਨਿਟ ਤਾਂ ਅਸੀਂ ਬਿਨਾਂ ਗੱਲ ਤੋਂ ਰਿਟਾਇਰ ਕਰਤੇ, ਜਿਹੜੇ ਹਾਲੇ ਹੋਰ ਚੱਲ ਸਕਦੇ ਸੀ, 2 ਲੱਖ ਘੰਟੇ ਤੱਕ ਚੱਲ ਸਕਦੇ ਸੀ। ਪਰ ਅਸੀਂ ਪ੍ਰਾਈਵੇਟ ਪਲਾਂਟਾਂ ਨੂੰ ਚਲਾਉਣ ਦੇ ਲਈ ਆਪਣੇ ਜਿਹੜੇ ਸਰਕਾਰੀ ਥਰਮਲ ਹੈ ਉਹਨਾਂ ਨੂੰ ਬੰਦ ਕਰਤਾ, ਉੱਥੋਂ ਪੋਸਟਾਂ ਵੀ ਅਸੀਂ ਖਤਮ ਕਰਤੀਆਂ। ਹੁਣ ਜਦੋਂ ਲੋੜ ਪਈ ਹੁਣ ਸਰਕਾਰੀ ਥਰਮਲ ਵੱਲ ਆਪਾਂ ਦੌੜਦੇ ਹਾਂ। ਜੇਕਰ ਪਹਿਲਾਂ ਹੀ ਅਸੀਂ ਸਰਕਾਰੀ ਥਰਮਲਾਂ ਨੂੰ ਚਾਲੂ ਹਾਲਤ ਦੇ ਵਿੱਚ ਰੱਖਿਆ ਹੁੰਦਾ ਤਾਂ ਅੱਜ ਇਸ ਮੁਸੀਬਤ ਦੇ ਸਮੇਂ 'ਚ ਉਹਨਾਂ ਯੂਨਿਟਾਂ ਦੇ ਵਿੱਚ ਕੋਈ ਪ੍ਰੋਬਲਮ ਜਿਹੜੀਆਂ ਉਹ ਨਹੀਂ ਆਣੀਆਂ ਸੀਗੀਆਂ। ਔਰ ਜਿਹੜਾ ਇਹ ਕਲੇਮ ਹੈ ਸ਼੍ਰੋਮਣੀ ਅਕਾਲੀ ਦਲ ਦਾ ਕਿ ਪ੍ਰਾਈਵੇਟ ਥਰਮਲਾਂ ਤੋਂ ਬਿਜਲੀ ਜਿਹੜੀ ਆ ਉਹ ਸਾਨੂੰ ਸਸਤੀ ਮਿਲ ਰਹੀ ਹੈ, ਕਹਿ ਰਹੇ ਕਿ 2 ਰੁਪਏ ਕੁਛ ਪੈਸੇ ਯੂਨਿਟ ਮਿਲ ਰਿਹਾ, ਉਹ 2 ਰੁਪਏ ਕੁਛ ਪੈਸੇ ਯੂਨਿਟ ਦੇ ਵਿੱਚ ਜਿਹੜਾ 5400 ਕਰੋੜ ਰੁਪਈਆ ਬਿਨਾਂ ਬਿਜਲੀ ਖਰੀਦੇ ਤੋਂ ਪ੍ਰਾਈਵੇਟ ਥਰਮਲਾਂ ਨੂੰ ਪੇ ਕੀਤਾ, ਉਹ ਵੀ ਵਿੱਚ ਗਿਣ ਲੈਣ, ਫਿਰ ਕੱਢਣਗੇ ਕਿੰਨੀ ਵੈਲਿਊ ਬਣਦੀ ਹੈ। ਜਿਹੜਾ 2000 ਕਰੋੜ ਰੁਪਈਆ ਕੋਲ ਵਾਸ਼ਿੰਗ ਦਾ ਔਰ ਕੋਲ ਟਰਾਂਸਪੋਰਟੇਸ਼ਨ ਦਾ ਅਦਾ ਕੀਤਾ, ਉਹ ਵੀ ਵਿੱਚ ਗਿਣ ਲੈਣਾ ਚਾਹੀਦਾ। ਜਿਹੜਾ 3000 ਕਰੋੜ ਰੁਪਈਆ ਇਹਨਾਂ ਪ੍ਰਾਈਵੇਟ ਥਰਮਲ ਦੇ ਵਿੱਚ ਪੋਲਿਊਸ਼ਨ ਕੰਟਰੋਲ ਡਿਵਾਈਸਿਸ ਲਾਉਣ ਦਾ ਦਿੱਤਾ ਗਿਆ, ਉਹ ਵੀ ਜਿਹੜੀ ਸਾਨੂੰ ਵਿੱਚ ਗਿਣਤੀ ਕਰਕੇ ਫਿਰ ਸਾਨੂੰ ਪ੍ਰਤੀ ਯੂਨਿਟ ਜਿਹੜੀ ਉਹਦੀ ਕਾਸਟ ਹੈ ਉਹ ਕੱਢਣੀ ਚਾਹੀਦੀ ਹੈ। ਔਰ ਇਹ ਥਰਮਲ ਦੀ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਉਹ ਤੱਥਾਂ ਦੇ ਤਹਿਤ ਲੋਕਾਂ ਅੱਗੇ ਰੱਖ ਚੁੱਕੀ ਹੈ ਕਿ ਜੇਕਰ ਜਿਹੜੇ ਯੂਨਿਟ ਹੈ ਉਹ ਲਗਾਤਾਰ ਚਲਾਏ ਜਾਣ ਤਾਂ ਯੂਨਿਟ ਪ੍ਰਾਈਵੇਟ ਥਰਮਲਾਂ ਤੋਂ ਸਸਤੀ ਬਿਜਲੀ ਦਿੰਦੇ ਆ। ਜੇ ਸਾਰੇ ਖਰਚੇ ਵੀ ਅਸੀਂ ਵਿੱਚ ਪਾ ਲਈਏ, ਕੋਈ ਵੀ ਇੰਜਣ ਹੈ ਜੇ ਉਹਨੂੰ ਤੁਸੀਂ ਥੋੜੇ ਸਮੇਂ ਲਈ ਚਲਾਓ, ਘੰਟੇ 2 ਘੰਟੇ ਲਈ ਚਲਾਓ, ਉਹਦੀ ਕਾਸਟਿੰਗ ਕੱਢੋ ਤਾਂ ਉਹਦੀ ਜਿਹੜੀ ਕਾਸਟਿੰਗ ਹੈ ਉਹ ਸਹੀ ਨਹੀਂ ਆਏਗੀ। ਜੇ ਅਸੀਂ ਉਹਦੀ ਸਹੀ ਕਾਸਟਿੰਗ ਕੱਢਣੀ ਹੈ ਤਾਂ ਉਹਨੂੰ ਰੈਗੂਲਰ ਚਲਾ ਕੇ ਫਿਰ ਸਹੀ ਕਾਸਟਿੰਗ ਕੱਢਣੀ ਉਹਦੀ ਕੱਢੀ ਜਾ ਸਕਦੀ ਹੈ। ਜੇ ਰੈਗੂਲਰ ਚਲਾ ਕੇ ਕਾਸਟਿੰਗ ਕੱਢੀ ਜਾਵੇ ਤਾਂ ਸਰਕਾਰੀ ਪੂਰੀ ਗੱਲਬਾਤ ਕਰਵਾਉਣ ਲਈ, ਪੂਰੀ ਜਾਣਕਾਰੀ ਦੇਣ ਤੁਹਾਡਾ ਬਹੁਤ ਬਹੁਤ ਧੰਨਵਾਦ। ਲਗਾਤਾਰ ਸਾਡੇ ਨਾਲ ਬਣੇ ਰਹੋ। ਅਵਤਾਰ ਕੰਬੋਜ ਰੋਪੜ ਤੋਂ ਜੁੜੇ ਸਨ। ਅਸੀਂ ਪੂਰਾ ਰਿਐਲਿਟੀ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਆਖਰਕਾਰ ਜਿਹੜਾ ਰੋਪੜ ਦੇ ਵਿੱਚ ਪਾਵਰ ਪਲਾਂਟ ਹੈ ਹਾਲਾਤ ਕੀ ਨੇ। 1 ਯੂਨਿਟ ਬੰਦ ਪਿਆ, ਅਜੇ ਤੱਕ ਵੀ ਚਾਲੂ ਨਹੀਂ ਹੋ ਸਕਿਆ। ਜਿੰਨੀ ਸਮਰੱਥਾ ਹੈ ਉਨਾ ਉਤਪਾਦਨ ਬਿਜਲੀ ਦਾ ਨਹੀਂ ਹੋ ਰਿਹਾ। ਹੁਣ ਰੁਕ ਕਰਦੇ ਹਾਂ ਮੋਹਾਲੀ ਦਾ। ਮੋਹਾਲੀ ਦੇ ਖਰੜ ਤੋਂ ਮੇਰੇ ਸਹਿਯੋਗੀ ਰੋਹਿਤ ਬਾਂਸਲ ਜੁੜੇ ਹੋਏ ਨੇ। ਰੋਹਿਤ, ਤੁਹਾਨੂੰ ਵੀ ਪਤਾ ਹੈ, ਪੰਜਾਬ ਦੀ ਜਨਤਾ ਨੂੰ ਵੀ ਪਤਾ ਹੈ ਕਿ ਇੱਥੇ ਦਾਅਵੇ ਤੇ ਵਾਅਦੇ ਬਹੁਤ ਹੋਏ। ਇੱਥੇ ਇਹ ਵੀ ਦਾਅਵਾ ਹੋਇਆ ਕਿ ਬਿਜਲੀ ਨੂੰ ਲੈ ਕੇ ਪੰਜਾਬ ਸਰਪਲਸ ਬਣ ਚੁੱਕਿਆ ਹੈ। ਇੱਥੇ ਇਹ ਵੀ ਦਾਅਵੇ ਤੇ ਵਾਅਦੇ ਕੀਤੇ ਗਏ ਕਿ ਪਾਕਿਸਤਾਨ ਨੂੰ ਬਿਜਲੀ ਵੇਚੀ ਜਾਵੇਗੀ। ਹੁਣ ਬਹੁਤ ਸਾਰੇ ਦਾਅਵੇ ਤੇ ਵਾਅਦੇ ਕੀਤੇ ਜਾ ਰਹੇ ਨੇ ਕਿ 24 ਘੰਟੇ ਜਨਤਾ ਨੂੰ ਬਿਜਲੀ ਮਿਲੇਗੀ, ਮੁਫਤ ਬਿਜਲੀ ਦਿੱਤੀ ਜਾਵੇਗੀ। ਪਰ ਇਹਨਾਂ ਤਮਾਮ ਦਾਅਵਿਆਂ ਤੇ ਵਾਅਦਿਆਂ ਦੇ ਵਿਚਾਲੇ ਹਕੀਕਤ ਇਹ ਹੈ ਕਿ ਕਿਸਾਨਾਂ ਨੂੰ 8 ਘੰਟੇ ਨਿਰਵਿਘਨ ਬਿਜਲੀ ਨਹੀਂ ਮਿਲ ਰਹੀ। ਗੱਲ ਆਮ ਜਨਤਾ ਦੀ ਕੀਤੀ ਜਾਵੇ ਤਾਂ ਲੰਬੇ ਕੱਟਾਂ ਕਾਰਨ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ। ਗੱਲ ਮੋਹਾਲੀ ਦੀ ਕੀਤੀ ਜਾਵੇ, ਖਰੜ ਦੀ ਕੀਤੀ ਜਾਵੇ ਤਾਂ ਆਮ ਜਨਤਾ ਤੇ ਇਹਨਾਂ ਬਿਜਲੀ ਦੇ ਕੱਟਾਂ ਦਾ, ਸਰਕਾਰ ਦੇ ਦਾਅਵਿਆਂ ਤੇ ਵਾਅਦਿਆਂ ਦਾ ਕਿਸ ਤਰ੍ਹਾਂ ਦਾ ਜ਼ਮੀਨੀ ਹਕੀਕਤ ਤੇ ਅਸਰ ਹੈ, ਆਮ ਜਨਤਾ ਦਾ ਕੀ ਕਹਿਣਾ ਹੈ? ਜੀ ਬਿਲਕੁਲ ਪਰਮਿੰਦਰ, ਜੇਕਰ ਗੱਲ ਕਰੀ ਜਾਵੇ ਖਰੜ ਦੀ ਤਾਂ ਖਰੜ ਦੀ ਫਿਲਹਾਲ ਅਸੀਂ ਖੁਸ਼ਕਿਸਮਤੀ ਕਹਿ ਸਕਦੇ ਹਾਂ ਕਿ ਇਸ ਵਕਤ ਖਰੜ ਦੇ ਵਿੱਚ ਬਿਜਲੀ ਘੱਟੋ ਘੱਟ ਹੈ। ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਉੱਪਰ ਜਿਹੜਾ ਪੱਖਾ ਚੱਲ ਰਿਹਾ ਔਰ ਸਾਹਮਣੇ ਜਿਹੜੀ ਦੁਕਾਨਦਾਰ ਹੈ, ਦੁਕਾਨਦਾਰਾਂ ਦੇ ਨਾਲ ਗੱਲਬਾਤ ਕਰ ਲਾਂਗੇ ਕਿ ਕਿੰਨਾ ਕੁ ਟਾਈਮ ਲਾਈਟ ਆਉਂਦੀ ਹੈ, ਕਦੋਂ ਆਉਂਦੀ ਹੈ। ਸੋ ਦੁਕਾਨਦਾਰ, ਸਤਿ ਸ਼੍ਰੀ ਅਕਾਲ ਜੀ, ਇੱਥੇ ਹੀ ਰਹਿੰਦੇ ਹੋ ਲੋਕਲ? ਕਿੰਨਾ ਕੁ ਟਾਈਮ ਲਾਈਟ ਆਉਂਦੀ ਹੈ ਪੂਰੇ ਦਿਨ 'ਚ? ਟਾਈਮ ਤਾਂ ਲਾਈਟ ਤਾਂ ਬਹੁਤ ਘੱਟ ਮਿਲਦੀ ਹੈ ਜੀ। ਸਾਰਾ ਦਿਨ ਗਰਮੀ 'ਚ ਹੋਈਦਾ ਜੀ। ਕੰਮ ਗਾਹਕ ਵੀ ਕਈ ਵਾਰ ਰੌਲਾ ਪਾਉਂਦੇ ਵੀ ਲਾਈਟ ਨਹੀਂ ਮਿਲਦੀ ਹੈ ਜੀ, ਤੇ ਸਾਰਿਆਂ ਨੂੰ ਗਰਮੀ 'ਚ ਕੰਮ ਕਰਨਾ ਪੈਂਦਾ ਜੀ ਸਾਰਾ ਦਿਨ। ਕਿੰਨੇ ਕੁ ਕੱਟ ਲੱਗਦੇ, ਕਿੰਨੇ ਕੁ ਘੰਟਿਆਂ ਲਈ ਕੱਟ ਲੱਗੇ ਜਾਂਦੇ? ਨਾਣ ਨੂੰ ਤਾਂ ਸਾਰਾ ਦਿਨ ਵੀ ਨਹੀਂ ਆਉਂਦੀ ਜੀ ਕਈ ਵਾਰ। ਹੁਣ ਤਾਂ ਫਿਲਹਾਲ ਹੈ, ਪਰ ਹੁਣ ਇਸ ਟਾਈਮ ਹੈ ਜੀ, ਪਰ ਜਦ ਜਾਊਗੀ ਫਿਰ ਦੇਖਾਂਗੇ। ਸੋ ਤੁਸੀਂ ਵੀ ਇੱਥੇ ਦੁਕਾਨ ਦੀ ਕੰਮ ਕਰਦੇ ਹੋ? ਕਿੰਨੇ ਕੁ ਟਾਈਮ ਲਾਈਟ ਆਉਂਦੀ ਹੈ ਖਰੜ 'ਚ? ਰਾਤ ਨੂੰ ਕਿੰਨਾ ਕੁ ਸਮਾਂ ਆਉਂਦੀ ਹੈ ਲਾਈਟ ਤਾਂ ਆਉਂਦੀ ਹੋ ਨਹੀਂ ਜੀ, ਪਹਿਲਾਂ ਤਾਂ ਸਾਰੀ ਰਾਤ ਜੀ। ਰਾਤਾਂ ਨੂੰ ਜਾਮ ਲੱਗਦੇ ਆ ਸੜਕਾਂ 'ਤੇ। ਹੁਣ ਤਕਰੀਬਨ 2-3 ਦਿਨ ਦੇ ਠੀਕ ਹੈ ਲਾਈਟ ਜੀ। ਹੁਣ ਘੱਟ ਕੇ ਕਈਆਂ ਦੇ ਕੂਲਰ ਵੀ ਉੜ ਗਏ, ਫਰਿੱਜ ਉੜ ਗਏ, ਬਹੁਤ ਬੁਰਾ ਹਾਲ ਹੈ। ਤਕਰੀਬਨ ਹੁਣ ਤਾਂ ਠੀਕ ਹੈ ਜੀ, ਹਲੇ ਲਾਈਟ ਤਕਰੀਬਨ ਪਿਛਲੇ 2-3 ਦਿਨਾਂ ਤੋਂ ਠੀਕ ਆ ਰਹੀ ਹੈ। ਹਾਂ, 2-3 ਦਿਨ ਤੇ ਠੀਕ ਆ ਰਹੀ ਹੈ। ਇਸ ਤੋਂ ਪਹਿਲਾਂ ਲੰਮੇ ਕੱਟ ਲੱਗ ਰਹੇ ਸੀ? ਸਾਰੀ ਰਾਤ ਹੀ ਨਹੀਂ ਆਉਂਦੀ ਦੀ, ਸੜਕ ਵੀ ਘੁੰਮੀ ਜਾਂਦੇ ਤੇ ਜੀ ਲੋਕ। ਉੱਪਰ ਦੇ ਲੋਕਡਾਊਨ ਲੱਗਿਆ ਵਾ, ਬਾਹਰ ਘੁੰਮਦੇ, ਜਾਮ ਲੱਗਦੇ ਹੈ।
ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਬਾਹਰ ਜਾਮੇ ਲੱਗਦਾ ਜੀ, ਹਰੇਕ ਬੰਦਾ ਤੰਗ ਹੁੰਦਾ। ਤੂੰ ਸਾਫ਼ ਤੌਰ ਤੇ ਕਹਿ ਰਿਹਾ, ਕੁਝ ਗਾਹਕ ਆਏ ਉਹਨਾਂ ਨਾਲ ਵੀ ਗੱਲਬਾਤ ਕਰ ਲੈਣਾ, ਕਿਉਂਕਿ ਤੁਰਦੇ ਫਿਰਦੇ ਜਿਹੜੇ ਕਿਹੜੀ ਜਗ੍ਹਾ ਤੋਂ ਭਾਜੀ? ਖਰੜ ਤੋਂ ਆ। ਲੋਕਲ ਹੀ ਰਹਿੰਦੇ ਹੋ? ਹਾਂਜੀ ਹਾਂ, ਲੋਕਲ। ਕਿੰਨਾ ਕੁ ਟਾਈਮ ਲਾਈਟ ਆਉਂਦੀ ਹੈ ਖਰੜ ਦੀ ਜੇਕਰ ਗੱਲ ਕਰੀਏ? ਲਾਈਟ ਦਾ ਬਹੁਤ ਬੁਰਾ ਹਾਲ ਆ ਬਾਈ, ਆਉਂਦੀ ਨਹੀਂ ਹੈਗੀ ਯਾਰ। ਹੁਣ ਗਰਮੀ ਤਾਂ ਪਰ ਚੱਲ ਰਿਹਾ, ਪੱਖਾ ਦੇਖ ਰਿਹਾ ਸੀ। ਹਾਂਜੀ ਹੁਣ ਤਾਂ ਹੈਗੀ ਆ, ਪਰ ਜੇ ਕੱਟ ਲੱਗਦਾ ਫਿਰ 3-4 ਘੰਟੇ ਦੀ ਆਉਂਦੀ ਹੈਗੀ। ਰਾਤ ਨੂੰ ਕਿੰਨੇ ਕੱਟ ਲੱਗਦੇ, ਦਿਨੇ ਕਿੰਨੇ ਕੁ ਲੱਗਦੇ ਆ? ਰਾਤ ਨੂੰ ਵੀ ਬਹੁਤ ਬੁਰਾ ਹਾਲ ਆ। ਲਾਈਟ ਤੇ ਗਰਮੀ 'ਚ ਮਰਨ ਵਾਲਾ ਕੰਮ ਹੋਇਆ ਵਾ। ਬੱਚਿਆਂ ਦਾ ਬਹੁਤ ਬੁਰਾ ਹਾਲ ਆ ਯਾਰ। ਆਪਾਂ ਤਾਂ ਗਰਮੀ ਕੱਟ ਲੈਂਦੇ, ਬੱਚੇ ਨਹੀਂ ਕੱਟਦੇ। ਤੋ ਸਾਫ਼ ਤੌਰ ਤੇ ਤੁਹਾਨੂੰ ਦਿਖਾ ਦਿੰਦੇ ਕਿ ਅਸੀਂ ਇੱਕ ਮਾਰਕੀਟ ਦੇ ਵਿੱਚ ਖੜੇ ਹਾਂ ਔਰ ਕੁਝ ਹੋਰ ਜਿਹੜੇ ਨਾਲ ਦੀ ਦੁਕਾਨਾਂ ਵਾਲੇ ਆ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਕਿ ਉਹਨਾਂ ਦਾ ਕੀ ਕਹਿਣਾ। ਔਰ ਪਰਮਿੰਦਰ, ਜਿਸ ਚੀਜ਼ ਦਾ ਜ਼ਿਕਰ ਤੁਸੀਂ ਕਰ ਰਹੇ ਸੀ ਕਿ ਜਿਸ ਤਰ੍ਹਾਂ ਤਲਵੰਡੀ ਸਾਬੋ ਦੇ ਜਿਹੜੇ ਥਰਮਲ ਪਲਾਂਟ ਆ ਉਹ ਬੰਦ ਹੋ ਚੁੱਕਿਆ, ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਰੋਪੜ ਦੇ ਵਿੱਚ ਇੱਕ ਯੂਨਿਟ ਬੰਦ ਆ ਤੇ ਇੱਕ ਜਿਹੜੀ ਲੰਮੀ ਕਿੱਲਤ ਆ ਰਹੀ ਹੈ। ਲਾਈਟ ਕਿੰਨਾ ਕੁ ਟਾਈਮ ਆ ਰਹੀ ਹੈ ਜੀ ਤੁਹਾਡੇ ਇਲਾਕੇ 'ਚ? ਬਹੁਤ ਘੱਟ ਆ ਰਹੀ ਹੈ ਜੀ, ਬਹੁਤ ਜ਼ਿਆਦਾ ਘੱਟ ਆ ਰਹੀ ਹੈ। ਸਾਰੀ ਦਿਹਾੜੀ ਲਾਈਟ ਨਹੀਂ ਆਉਂਦੀ। ਕੱਲ ਵੀ ਬੰਦ ਦਾ ਸਾਰੀ ਦਿਹਾੜੀ ਲਾਈਟ ਬੰਦ ਦੀ ਗੱਲ। ਕਿੰਨੇ ਕੁ ਘੰਟੇ ਆਉਂਦੀ ਹੈ ਦਿਨ 'ਚ? 24 ਘੰਟੇ ਤੋਂ ਲਾ ਲਈਏ, ਕਿੰਨੇ ਘੰਟੇ ਆਉਂਦੀ ਹੈ? 5-4 ਘੰਟੇ ਹੀ ਲਾਈਟ ਆਉਂਦੀ ਹੈ ਜੀ। ਅੱਜ ਤਾਂ ਹੈਗੀ ਆ, ਵੈਸੇ ਤਾਂ ਲਾਈਟ ਹੁੰਦੀ ਨਹੀਂ ਜੀ ਹੈਗੀ ਆ। ਤੁਹਾਡਾ ਕਿਹੜਾ ਪਿੰਡ ਹੈ ਜੀ? ਇੱਥੇ ਰਹਿੰਦੇ ਹੋ? ਲਾਈਟ ਦਾ ਕੀ ਸੀਨ ਇੱਥੋਂ? ਕਹਿ ਰਹੇ ਕਿ ਬਹੁਤ ਘੱਟ ਆ ਰਹੀ ਹੈ। ਲਾਈਟ ਤਾਂ ਬਹੁਤ ਘੱਟ ਆ ਰਹੀ ਜੀ, ਮਿਲਦੀ ਉਹ ਨਹੀਂ। ਝੋਨਿਆਂ ਨੂੰ ਪਾਣੀ ਦੇਣ ਵਾਲੇ ਪਏ ਆ ਜੀ, ਨਾ ਪਿੰਡਾਂ ਜਾਂਦੀ ਲਾਈਟ, ਨਾ ਲਾਗ ਕਿਸੇ ਪਾਸੇ। ਪਿੰਡ 'ਚੋਂ ਨੇ ਤੁਸੀਂ? ਖਰੜ ਤੋਂ ਆਏ। ਖਰੜ ਤੋਂ? ਹਾਂਜੀ ਹਾਂਜੀ। ਜ਼ਮੀਨ ਹੈ ਤੁਹਾਡੀ? ਜ਼ਮੀਨ 'ਚ ਕਹਿ ਰਹੇ 8 ਘੰਟੇ ਲਾਈਟ ਦਿੱਤੀ ਜਾਏਗੀ, ਕਿੰਨੇ ਘੰਟੇ ਆ ਰਹੀ ਹੈ ਉੱਥੇ? ਉੱਥੇ 4 ਘੰਟੇ ਆ ਰਹੀ ਸਾਰੀ। 8 ਘੰਟੇ ਕਿਹਾ ਵਾ ਨਾ, 4 ਘੰਟੇ ਲਾਈਟ ਆ ਰਹੀ। ਘਰਾਂ 'ਚ ਕਿੰਨਾ ਟਾਈਮ ਆ ਰਹੀ ਹੈ? ਘਰਾਂ 'ਚ ਤਾਂ ਜੀ ਘੜੀ ਕੁ ਬਾਅਦ ਕੱਟ ਲੱਗ ਜਾਂਦਾ, 3-3 ਘੰਟੇ ਦਾ, ਕਈ 2 ਘੰਟੇ ਆ ਜਾਂਦੀ, ਕਦੀ 3 ਘੰਟੇ ਦਾ। ਸਾਫ਼ ਤੌਰ ਤੇ ਪਰਮਿੰਦਰ ਜਿਹੜੀ ਚੀਜ਼ ਦਾ ਜ਼ਿਕਰ ਕਰ ਰਹੇ ਹੈ ਕਿ ਖੇਤਾਂ ਦੇ ਵਿੱਚ ਕਿਹਾ ਜਾਂਦਾ ਕਿ 8 ਘੰਟਿਆਂ ਦੇ ਲਈ ਜਿਹੜੀ ਨਿਰਵਿਘਨ ਬਿਜਲੀ ਦਿੱਤੀ ਜਾਊਗੀ, ਪਰ ਕਰੀਬ 4 ਤੋਂ 5 ਘੰਟੇ ਦੇ ਲਈ ਹੈ ਜਿਹੜੀ ਬਿਜਲੀ ਆ ਉਹ ਖਰੜ ਦੇ ਜਿਹੜੇ ਨਾਲ ਦੇ ਪਿੰਡਾਂ ਦਾ ਏਰੀਆ, ਖੇਤਾਂ ਦਾ ਏਰੀਆ ਉੱਥੇ ਆ ਰਹੀ ਹੈ। ਔਰ ਉੱਥੇ ਸ਼ਹਿਰ ਦੀ ਗੱਲ ਕਰੀ ਜਾਵੇ ਤਾਂ ਸ਼ਹਿਰ 'ਚ ਵੀ ਇਹਨਾਂ ਵੱਲੋਂ ਕਿਹਾ ਜਾ ਰਿਹਾ ਕਿ ਲੰਮੇ ਕੱਟ ਹੈ ਜਿਹੜੇ ਉਹ ਲਗਾਏ ਜਾ ਰਹੇ ਆ। ਜੀ ਪਰਮਿੰਦਰ। ਰੋਹਿਤ, ਜੇ ਹੋਰ ਵੀ ਤੁਹਾਡੇ ਨੇੜੇ ਕੋਈ ਹੋਰ ਵੀ ਆਮ ਜਨਤਾ ਹੈ, ਜਿਹੜੇ ਲੋਕ ਨੇ, ਜਿਵੇਂ ਕਿ ਆਮ ਜਨਤਾ ਦੱਸ ਰਹੀ ਹੈ ਕਿ ਕਿਸਾਨਾਂ ਨੂੰ ਪੂਰੀ ਬਿਜਲੀ ਮਿਲ ਰਹੀ, ਦੁਕਾਨਦਾਰਾਂ ਦੀ ਗੱਲ ਕੀਤੀ ਜਾਏ ਫਿਲਹਾਲ ਤਾਂ ਜ਼ਰੂਰ ਲਾਈਟ ਆ ਰਹੀ ਹੈ ਖਰੜ ਦੇ ਵਿੱਚ, ਪਰ ਜਿਵੇਂ ਕਹਿ ਰਹੇ ਨੇ ਕਿ 4-4 ਘੰਟੇ ਦੇ ਲੰਬੇ ਕੱਟ ਲੱਗਦੇ ਨੇ। ਹੋਰ ਵੀ ਨੇੜੇ ਤੇੜੇ ਜਿਹੜੇ ਲੋਕ ਨੇ, ਸਥਾਨਕ ਲੋਕ ਨੇ, ਜੇ ਉਹਨਾਂ ਨਾਲ ਤੁਸੀਂ ਗੱਲਬਾਤ ਕਰਵਾ ਸਕੋ ਤਾਂ ਕਿ ਹੋਰ ਵੀ ਪਤਾ ਲੱਗ ਸਕੇ ਕਿ ਮੋਹਾਲੀ ਜ਼ਿਲ੍ਹੇ ਦੀ ਖਰੜ ਦੀ ਜ਼ਮੀਨੀ ਹਕੀਕਤ ਹੈ ਕੀ ਹੈ। ਬਿਲਕੁਲ ਪਰਮਿੰਦਰ, ਅਸੀਂ ਹਰ ਆਮ ਵਿਅਕਤੀ ਤੱਕ ਗੱਲ ਕਰਾਂਗੇ। ਲਾਈਟ कितने का टाइम आ रही है जी खर्च? लाइट अभी कम आ रही, रात को कभी कभी कट जाती है, दिन में भी इतनी नहीं आ रही लाइट नहीं आ रही है। सो ਆਟੋ ਦੇ ਵਿੱਚ ਰੁੱਖ ਕਰ ਲੈਣੇ ਆ। ਆਟੋ ਦੇ ਵਿੱਚ ਜੇ ਕੋਈ ਕੋਸ਼ਿਸ਼ ਕਰਾਂਗੇ 2 ਮਿੰਟ ਲਈ ਰੋਕ ਲਓ ਜੀ। ਲਾਈਟ ਕਿੰਨਾ ਕੁ ਟਾਈਮ ਆ ਰਹੀ ਹੈਗੀ? ਲਾਈਟ ਦਾ ਸਰ ਤਕਰੀਬਨ ਕੱਟ ਕਾਫੀ ਲੱਗ ਰਿਹਾ ਜੀ, ਗਰਮੀ 'ਚ ਬਹੁਤ ਬੁਰਾ ਹਾਲ ਹੈ। ਸੋ 2 ਮਿੰਟ ਰੋਕ ਕੇ ਰੱਖਣਾ। ਮੈਨੂੰ ਲੱਗਦਾ ਪਿੰਡਾਂ ਤੋਂ ਆਉਣੇ ਹੋਣਗੇ ਜੀ ਸਾਰੇ। ਲਾਈਟ ਕਿੰਨਾ ਕੁ ਟਾਈਮ ਆਉਂਦੀ ਤੁਹਾਡੇ ਪਿੰਡਾਂ 'ਚ? ਨਹੀਂ ਆਂਦੀ, ਬੁਰਾ ਹਾਲ ਹੈ ਜੀ ਬਹੁਤ। ਕਿਹੜੇ ਪਿੰਡ ਦਾ ਨਾਮ ਦੱਸ ਦਿਓ ਇੱਕ ਵਾਰੀ। ਅੱਗੇ ਹੈ ਜੀ ਪਿੰਡ ਰੰਗੀਲਪੁਰਾ। ਕਿੰਨਾ ਟਾਈਮ ਲਾਈਟ ਆ ਰਹੀ ਹੈ ਉੱਥੇ? 4-4 ਘੰਟੇ 5 ਲਗਾਤਾਰ ਨਹੀਂ ਆਂਦੀ। ਤੁਹਾਡਾ ਵੀ ਸੇਮ ਹੀ ਪਿੰਡ ਹੈ ਕਿ ਹੋਰ ਹੈ ਜੀ? ਸਾਡਾ ਤੇ ਦੂਰ ਹੈ ਇੱਧਰ। ਕਿਹੜੇ ਪਿੰਡ ਦਾ ਕੀ ਨਾਮ ਹੈ? ਬਫਰਾਉਲ। ਕਿੰਨਾ ਟਾਈਮ ਲਾਈਟ ਆਉਂਦੀ ਉੱਥੇ? ਉੱਥੇ ਵੀ ਕੱਟ ਲਾਈ ਜਾਂਦੇ ਨੇ 4-4 ਘੰਟੇ ਵੀ 5-5 ਘੰਟੇ। ਮੰਨ ਲਓ ਜਿੱਦਾਂ ਸ਼ਾਮ ਨੂੰ 4 ਵਜੇ ਚੱਲੇਗੀ ਤਾਂ ਰਾਤੀ 11:30 ਵਜੇ ਤੱਕ 11 ਵਜੇ ਆਂਦੀ ਹੈ। ਤੁਹਾਡਾ ਮਾਤਾ ਜੀ ਕਿਹੜਾ ਪਿੰਡ ਹੈ? ਛੇੜੀ ਹੈ ਜੀ। ਆ ਸਾਡੇ ਵੀ ਇਸ ਤਰ੍ਹਾਂ ਹੀ ਆਉਂਦੀ, 12 ਬਹੁਤ ਹੈਰਾਨਗਿਰੀ ਕਰਦੇ ਆ। ਲਾਈਟ ਆਉਂਦੀ ਨਹੀਂ ਵੀਰ ਜੀ, ਬਹੁਤ ਬੁਰਾ ਹਾਲ ਹੈ। ਸਾਫ਼ ਤੌਰ ਤੇ ਗੱਲ ਕਰ ਰਹੇ ਸੀ ਆਟੋ ਦੇ, ਕਿਉਂਕਿ ਰੈਂਡਮਲੀ ਇੱਕ ਗੱਲਬਾਤ ਪਰਮਿੰਦਰ ਹੋ ਰਹੀ ਹੈ। ਕੋਈ ਇਹ ਨਹੀਂ ਕਿ ਪਹਿਲਾਂ ਇਕੱਠ ਕਰ ਲਿਆ ਜਾਂਦਾ ਹੈਗਾ। ਚੱਲਦੇ ਹੋਏ ਜਿਹੜੀਆਂ ਸਵਾਰੀਆਂ ਤੁਸੀਂ ਦੇਖ ਸਕਦੇ ਹੋ ਕਿ ਜਿਹੜਾ ਮੇਨ ਰੋਡ ਹੈਗਾ, ਮੇਨ ਰੋਡ ਤੇ ਅਸੀਂ ਖੜੇ ਹੋਏ ਹਾਂ ਔਰ ਜਿਹੜੇ ਚੱਲਦੇ ਫਿਰਦੇ ਲੋਕ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਜਿਹੜੀ ਕੋਸ਼ਿਸ਼ ਉਹ ਕਰ ਰਹੇ ਸੀ। ਔਰ तमाम ਜਿਹੜੇ ਪਿੰਡਾਂ ਦੇ ਲੋਕ ਸੀ, ਵੱਖ-ਵੱਖ ਪਿੰਡਾਂ ਤੋਂ ਆਈਆਂ ਹੋਈਆਂ ਔਰਤਾਂ ਸੀ, ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਲਾਈਟ ਹੈ ਜਿਹੜੀ ਉਹ ਨਹੀਂ ਆ ਰਹੀ।